ही असी इस नूं फैसला करन वेले असी इहदा ध्यान जरूर करांगे इस गल नूं। और तुसीं ये फिर पुछया कि जोगा सिंह चौहान ने कि प्राइवेट बसां पिंडां विच कदों ਚੱਲਣਗੀਆਂ। ਸਾਡੇ ਵੱਲੋਂ कोई रुकावट नहीं। अगर प्राइवेट बसां नहीं ਚੱਲਦੀਆਂ ਉਹਨਾਂ ਦੀ ਆਪਣੀ सोच होनी है। पंजाब सरकार ने तो खुल कर दी है कि तुसीं ਜਿਹੜੀ ਬੱਸਾਂ ने ਚੱਲਣਾ, ਜਿਹੜੀ ਬੱਸਾਂ कंपनियां ने ਚੱਲਣੀਆਂ ਉਹ ਚੱਲਾਉਣ। ਜਿਹੜੇ ਲੋਕ ਆ ਰਹੇ ਨੇ ਬਾਹਰੋਂ ਉਹਨਾਂ ਨੂੰ ਸਾਰਿਆਂ ਨੂੰ ਚੈੱਕ ਕੀਤਾ ਜਾ ਰਿਹਾ। ਕਈਆਂ ਦਾ ਜਿਨ੍ਹਾਂ ਦਾ ਕੋਈ ਸਿੰਪਟਮ ਨਹੀਂ, ਜਿੱਥੇ ਕੋਈ ਇਹੋ ਜਿਹੀ ਲੱਗਦੀ ਨਹੀਂ ਕਿ ਇਹਨਾਂ ਨੂੰ ਕੁਛ ਹੈ ਕੋਈ ਬਿਮਾਰੀ, ਉਹਨਾਂ ਨੂੰ ਅਸੀਂ ਘਰ ਭੇਜਦੇ ਹਾਂ ਔਰ ਉੱਥੇ ਘਰ ਦੇ ਵਿੱਚ ਕੁਆਰੰਟੀਨ ਕਰਵਾ ਰਹੇ ਹਾਂ। ਉਹ ਕੁਆਰੰਟੀਨ 14 ਦਿਨ ਦੀ ਰਹਿੰਦੀ ਹੈ। ਕੁਆਰੰਟੀਨ ਦਾ ਮਤਲਬ ਉੱਥੇ ਬੰਦ ਆਪਣੇ ਘਰਾਂ 'ਚ ਉਹਨਾਂ ਨੂੰ ਰਹਿਣਾ ਪਊ। ਬਾਹਰ ਇੱਕ ਨੋਟਿਸ ਲੱਗ ਜੂ ਕਿ ਘਰ ਕੁਆਰੰਟੀਨ ਦੇ ਵਿੱਚ ਹੈ ਔਰ ਮੈਡੀਕਲ ਐਡਵਾਈਸ ਦੇ ਅਧੀਨ, ਮੈਡੀਕਲ ਸੰਭਾਲ ਦੇ ਅਧੀਨ ਇਹ ਰਹਿਣਗੇ ਜਦੋਂ ਤਾਈਂ ਡਾਕਟਰ ਕਹਿਣਗੇ ਤੁਸੀਂ ਠੀਕ ਹੋ, ਹੁਣ ਤੁਸੀਂ ਬਾਹਰ ਜਾ ਸਕਦੇ ਹੋ। ਸੋ ਇਹ ਜਿੱਥੇ ਵੀ ਹੋਏਗਾ ਇਹੋ ਜਿਹੀ ਗੱਲ, ਅਗਰ ਤੁਹਾਨੂੰ ਕਿਸੇ ਨੂੰ ਪਤਾ ਲੱਗਦਾ ਹੈ ਕਿ ਕੋਈ ਆ ਰਿਹਾ ਔਰ ਬਗੈਰ ਗਵਰਨਮੈਂਟ ਨੂੰ ਦੱਸੇ ਜਾਂ ਬਗੈਰ ਸਾਡੇ DC ਨੂੰ ਜਾਂ SDM ਨੂੰ, ਜੋ ਵੀ ਸਾਡੇ ਅਫਸਰ ਉੱਥੇ ਲੱਗੇ ਹੋਏ ਉਹਨਾਂ ਨੂੰ ਦੱਸੇ, ਉਹ ਆ ਕੇ ਘਰ 'ਚ ਰਹਿ ਰਿਹਾ, ਜ਼ਰੂਰ ਇਹ ਗੱਲ ਉਹਨਾਂ ਨੂੰ ਪਹੁੰਚਾ ਦਿਓ। ਕਿਉਂਕਿ ਤੁਹਾਡੀ ਆਪਣੀ ਸੰਭਾਲ ਇਸ ਗੱਲ 'ਚ ਹੈ ਕਿ ਤੁਸੀਂ ਦੱਸ ਦਿਓ ਕਿ ਜੀ ਫਲਾਣਾ ਬੰਦਾ ਆਇਆ, ਉਹਨੇ ਆਪਣੇ ਕਿਸੇ ਕੋਲ ਗਿਆ ਨਹੀਂ, ਸਿੱਧੇ ਆਪਣੇ ਘਰ 'ਚ ਗਿਆ, ਦੱਸੋ। ਫਿਰ ਸਾਨੂੰ ਇਹ ਚੈੱਕ ਕਰਾਉਣਾ ਸਾਡੇ ਵਾਸਤੇ ਜ਼ਰੂਰੀ ਪਊਗਾ ਤਾਂ ਕਿ ਅਸੀਂ ਇਸ ਬਿਮਾਰੀ ਨੂੰ ਕੰਟਰੋਲ ਕਰ ਸਕੀਏ ਉੱਥੇ। ਦੇਖੋ, ਟੈਸਟਾਂ ਦੀ ਗੱਲ ਇਹ ਹੈ, ਤੁਸੀਂ ਕਿਹਾ ਸੀ ਮੈਨੂੰ ਕਿ ਜਿਹੜੇ ਕਿੱਟ ਆਉਂਦੇ ਨੇ ਕਰੋਨਾ ਦੇ, ਇਹ ਕਿੱਟ ਆ ਗਏ ਸੀ। ਇਹ ਕਿੱਟ ਆ ਗਏ ਸੀ, ਪਹਿਲਾਂ ਚਾਈਨਾ ਤੋਂ ਮੰਗਵਾਏ ਸੀ ਅਸੀਂ, ਫਿਰ ਮੇਰਾ ਖਿਆਲ ਸਾਊਥ ਕੋਰੀਆ ਤੋਂ ਮੰਗਵਾਏ ਸੀ। ਲੇਕਿਨ ਇਹਦੇ ਨਾਲ ਪਤਾ ਨਹੀਂ ਲੱਗ ਰਿਹਾ, ਕਿਤੇ ਕਿੱਟ ਦੇ ਵਿੱਚ ਉਹ ਬੰਦਾ ਕੋਈ ਕਰੋਨਾ ਨਜ਼ਰ ਆਉਂਦੀ ਹੈ, ਕਿਤੇ ਨਹੀਂ ਆਉਂਦੀ, ਤਾਂ ਇਹ ਕੋਈ ਠੀਕ ਨਹੀਂ ਸੀ। ਤਾਂ ਆਪਣੀ ਗਵਰਨਮੈਂਟ ਨੇ, ਹਿੰਦੁਸਤਾਨ ਦੀ ਗਵਰਨਮੈਂਟ ਨੇ ਇਹ ਕਿੱਟ ਵਾਪਸ ਕਰ ਦਿੱਤੇ ਨੇ ਔਰ ਹੁਣ ਕਰੋਨਾ ਟੈਸਟਿੰਗ ਹੀ ਡਾਇਰੈਕਟ ਹੁੰਦੀ ਹੈ। ਉਹਦੇ ਵਾਸਤੇ ਪੰਜਾਬ 'ਚ ਪਹਿਲਾਂ ਸਾਡੇ ਕੋਲ ਬਹੁਤ ਘੱਟ ਸੀ, 700 ਦੇ ਕਰੀਬ ਹੁੰਦੇ ਸੀ, ਫਿਰ 2500 'ਤੇ ਪਹੁੰਚ ਗਏ ਔਰ ਹੁਣ ਅਸੀਂ 6-7 ਟੈਸਟ ਡੇਲੀ ਅਸੀਂ ਕਰ ਰਹੇ ਹਾਂ। ਮਸ਼ੀਨਾਂ ਨਵੇਂ ਮੰਗਾਈਆਂ ਨੇ ਔਰ ਡਾਇਰੈਕਟ ਕਰੋਨਾ ਦਾ ਟੈਸਟ ਇੱਥੇ ਹੋ ਰਿਹਾ। ਤਾਂ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਤੁਹਾਨੂੰ 24 ਘੰਟੇ 'ਚ ਪਤਾ ਲੱਗ ਜੂ ਕਿਸੇ ਨੂੰ ਕਰੋਨਾ ਹੈ ਜਾਂ ਨਹੀਂ ਹੈ। ਉਹ ਜਿਹੜਾ ਟੈਸਟ ਹੁੰਦਾ ਸੀ ਉਹ ਕਰੋਨਾ ਟੈਸਟ ਨਹੀਂ ਸੀ, ਉਹ ਐਂਟੀਬਾਡੀਜ਼ ਟੈਸਟ ਹੁੰਦਾ ਸੀ, ਇੱਕ ਹੋਰ ਕਿਸਮ ਦਾ ਟੈਸਟ। ਉਹ ਨਹੀਂ ਠੀਕ ਚੱਲਿਆ ਤਾਂ ਸਾਨੂੰ ਇਹ ਕਰਨਾ ਪਿਆ। ਹੁਣ ਇਹ ਸੰਦੀਪ ਜੀ ਲੁਧਿਆਣੇ ਤੋਂ, ਉਹਨਾਂ ਨੇ ਸਵਾਲ ਕੀਤਾ ਮੈਨੂੰ, ਤੁਸੀਂ ਫਿਰ ਕਈ ਮੈਨੂੰ ਦੁਬਈ ਤੋਂ ਇੱਕ ਕਮਲਜੀਤ ਸਿੰਘ ਜੀ ਨੇ ਲਿਖਿਆ, ਚੰਡੀਗੜ੍ਹ ਅਸੀਂ ਆਉਣਾ ਚਾਹੁੰਦੇ ਹਾਂ, ਕੋਈ ਫਲਾਈਟਾਂ ਨਹੀਂ। ਦੇਖੋ, ਫਲਾਈਟਾਂ ਆਹਿਸਤਾ ਸਾਰੀ ਸ਼ੁਰੂ ਹੋ ਰਹੀਆਂ ਨੇ ਔਰ ਉਹਦੇ ਵਿੱਚ ਡੇਲੀ 3 ਫਲਾਈਟਾਂ ਦੁਬਈ 'ਚੋਂ ਆ ਰਹੀਆਂ ਨੇ ਲੋਕਾਂ ਨੂੰ ਲੈ ਕੇ। ਤੁਹਾਡਾ ਤਰੀਕਾ ਇੱਕੋ ਹੀ ਹੈ, ਅਸੀਂ ਵੀ ਇਤਲਾਹ ਕਰ ਦਾਂਗੇ, ਲੇਕਿਨ ਕੌਂਸੂਲੇਟ ਜੋ ਹੈ ਸਾਡਾ ਹਿੰਦੁਸਤਾਨ ਦਾ ਉੱਥੇ ਦੁਬਈ ਦੇ ਵਿੱਚ, ਉੱਥੇ ਜਾ ਕੇ ਤੁਸੀਂ ਆਪਣਾ ਨਾਮ ਨੋਟ ਕਰਾਓ ਔਰ ਦੱਸੋ ਕਿ ਤੁਸੀਂ ਚੰਡੀਗੜ੍ਹ ਪਹੁੰਚਣਾ ਔਰ ਜਦੋਂ ਫਲਾਈਟ ਦੇ ਵਿੱਚ ਉਹਨਾਂ ਨੂੰ ਜਗ੍ਹਾ ਹੋਏਗੀ ਤੁਹਾਨੂੰ ਉੱਥੋਂ ਭੇਜਣਗੇ। ਨੋਰਮਲ ਫਲਾਈਟਾਂ ਹਾਲੇ ਨਹੀਂ ਚੱਲੀਆਂ, ਇਹ ਸਿਰਫ ਜੋ ਆਪਣੇ ਲੋਕ ਉੱਥੇ ਫਸੇ ਹੋਏ ਨੇ ਉਹਨਾਂ ਵਾਸਤੇ ਫਲਾਈਟ ਹੈ। ਤਾਂ ਇਹ ਤੁਸੀਂ ਆਪਣੇ ਕੌਂਸਲ ਜਨਰਲ ਕੋਲ ਜਾਓ, ਕੌਂਸੂਲੇਟ ਵਿੱਚ, ਔਰ ਜਿਹੜਾ ਉੱਥੇ ਅਫਸਰ ਨਿਯੁਕਤ ਕੀਤਾ ਉਹ ਆਪਣਾ ਨੋਟ ਸਭ ਕੁਛ ਉਹਨੂੰ ਨੋਟ ਕਰਾਓ। ਫਿਰ ਤੁਸੀਂ ਇਹ ਵੀ ਪੁੱਛਿਆ ਕਿ UK ਦੇ ਕਦੋਂ ਫਲਾਈਟਾਂ ਜਾਣਗੀਆਂ। ਸਿਰਫ ਇੱਕ ਜਾ ਰਹੀ ਹੈ ਇਸ ਵੇਲੇ ਫਲਾਈਟ ਅੰਮ੍ਰਿਤਸਰ ਤੋਂ। ਅੱਗੇ ਕਦੋਂ ਜਾਣਗੀਆਂ, ਕਿੱਥੋਂ ਜਾਣਗੀਆਂ, ਇਹ ਹੁਣ ਜਦੋਂ ਗਵਰਨਮੈਂਟ ਆਫ ਇੰਡੀਆ ਫੈਸਲਾ ਕਰੂ ਉਹ ਦੱਸਣਗੇ, ਕਿਉਂਕਿ ਫਲਾਈਟਾਂ ਦਾ ਕੰਮ ਉਹਨਾਂ ਦਾ ਹੈ ਔਰ ਉਹਨਾਂ ਨੂੰ ਆਪਣੇ, ਜੈਸੇ ਹੁਣ UK ਦੇ ਨਾਲ ਅਗਰ ਉਹ 4 ਫਲਾਈਟਾਂ ਭੇਜਦੇ ਨੇ, ਆਪਾਂ 4 ਭੇਜਦੇ ਹਾਂ, ਅਗਰ ਉਹ 7 ਭੇਜਣਗੇ ਆਪਾਂ 7 ਭੇਜਾਂਗੇ। ਇਹ ਸਿਸਟਮ ਹੁੰਦਾ ਹੈ, ਕੁਛ ਰੱਖਿਆ ਹੁੰਦਾ। ਤਾਂ ਜਦੋਂ ਗਵਰਨਮੈਂਟ ਆਫ ਇੰਡੀਆ ਫੈਸਲਾ ਕਰੂ ਫਿਰ ਹੀ ਅਸੀਂ ਦੱਸ ਸਕਾਂਗੇ। ਇਹ ਸਾਡੇ ਅਧੀਨ ਨਹੀਂ ਹੈ, ਫਲਾਈਟਸ ਉਹੀ ਦੱਸਣਗੇ। ਇਹ ਸਵਾਲ ਸੀ ਮਨਸੀ ਪੂਰੀ ਜੀ ਦਾ ਅੰਮ੍ਰਿਤਸਰ ਤੋਂ। ਤੁਸੀਂ ਫਿਰ ਹੋਰ ਪੁੱਛਿਆ ਧੀਰਜ ਸ਼ਰਮਾ ਹੈਦਰਾਬਾਦ ਤੋਂ ਕਿ ਮੈਂ ਫਸਿਆ ਹੋਇਆ, ਸਾਡੇ ਲੋਕ ਫਸੇ ਹੋਏ ਨੇ ਪੂਨਾ, ਹੈਦਰਾਬਾਦ ਅਤੇ ਬੈਂਗਲੌਰ, ਕਦੋਂ ਚੰਡੀਗੜ੍ਹ ਦੀ ਫਲਾਈਟ ਸ਼ੁਰੂ ਹੋ ਰਹੀਆਂ ਨੇ। ਕੁਛ ਅੱਜ ਸ਼ੁਰੂ ਹੋ ਗਈਆਂ, ਬੈਂਗਲੌਰ ਦੀ ਤਾਂ ਸ਼ੁਰੂ ਹੋ ਗਈ, ਪੂਨਾ ਔਰ ਹੈਦਰਾਬਾਦ 2-4 ਦਿਨਾਂ 'ਚ ਇਹ ਵੀ ਸ਼ੁਰੂ ਹੋ ਜਾਣੀਆਂ। ਆਹਿਸਤਾ ਇਹ ਫਲਾਈਟਾਂ ਇੰਟਰਨਲ ਆਪਣੀਆਂ ਫਲਾਈਟਾਂ ਸ਼ੁਰੂ ਹੋ ਰਹੀਆਂ। ਧਰੁਵ ਜੈਨ ਜੀ, ਦੀਪਾਂਸ਼ੂ ਕੁਮਾਰ ਜੀ ਨੇ ਪੁੱਛਿਆ, ਵਾਟ ਆਰ ਯੋਰ ਵਿਊਜ਼ ਔਨ ਫੋਰਨ ਐਲੀਮੈਂਟਸ ਲਾਈਕ ਖਾਲਿਸਤਾਨ ਆਰਗੇਨਾਈਜੇਸ਼ਨ ਟਰਾਈ ਟੂ ਡਿਸਟਰਬ ਦ ਪੀਸ ਇਨ ਪੰਜਾਬ। ਮੇਰਾ ਖਿਆਲ ਤੁਹਾਨੂੰ ਬੜਾ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਸ 'ਤੇ ਬਹੁਤ ਸਖਤ ਖਿਲਾਫ ਹੈ ਔਰ ਸਖਤ ਕਾਰਵਾਈ ਕਰੂੰਗਾ। ਮੈਂ ਪੰਜਾਬ ਦੀ ਆਬ ਹਵਾ ਵਿਗੜਨੀ ਦੇਣੀ ਔਰ ਚਾਹੇ ਅੱਜ ਹੀ ਆਇਆ ਇੱਕ ਬੰਦਾ ਉੱਥੇ, ਇਹ ਸਾਡੇ ਹਿੰਦੁਸਤਾਨ 'ਚ ਤੋਂ ਇਹ ਬੈਨ ਲੱਗੀ ਇਸ ਦੇ ਉੱਪਰ,
ਇਹ ਲੋਕਾਂ ਨੂੰ ਉੱਥੇ ਖਰਾਬ ਕਰਦਾ ਹੈ। ਔਰ ਇਹਨੂੰ ਹੁਣ ਔਖ ਇਹ ਹੈ ਕਿ ਜਦੋਂ ਇਹਨਾਂ ਦਾ ਟਰੂਡੋ ਆਇਆ ਸੀ ਉਹਦੇ ਪ੍ਰਾਈਮ ਮਿਨਿਸਟਰ, ਮੈਂ ਉਹਨੂੰ ਲਿਸਟ ਦਿੱਤੀ ਸੀ ਕਿ ਕਿਹੜੇ ਇਹ ਬਦਮਾਸ਼ੀ ਕਰਦੇ ਨੇ ਔਰ ਪੰਜਾਬ ਦੀ ਆਬ ਹਵਾ ਖਰਾਬ ਕਰਦੇ ਨੇ, ਅਤੇ ਵਿੱਚ ਹੀ ਇਹਦਾ ਨਾਂ ਸੀ ਪਤਵੰਤ ਸਿੰਘ ਦਾ। ਔਰ ਇਹ ਹੁਣ ਉੱਥੇ ਜਾ ਕੇ ਰੌਲਾ ਪਾ ਰਿਹਾ। ਪਰ ਟਰੂਡੇ ਨੂੰ ਆਏ ਨੂੰ 2 ਸਾਲ ਹੋ ਗਏ ਨੇ, ਪਤਾ ਨਹੀਂ ਹੁਣ ਤਾਂ ਹੀ ਸੁੱਤਾ ਪਿਆ ਸੀ ਉਹ ਕੁਝ। ਪਰ ਇਹੀ ਬੰਦਾ ਹੈ ਜਿਹੜਾ ਸਾਡੀ ਵਿਗਾੜ ਪਾਉਣ ਦੀ ਕੋਸ਼ਿਸ਼ ਕਰਦਾ। ਇਹ ਅਗਰ ਇਹ ਸਮਝਦਾ ਹੈ ਕਿ ਇਹ ਇੰਨੀ ਹਿੰਮਤ ਹੈ ਨਾ, ਵੜ ਕੇ ਦੇਖੇ ਪੰਜਾਬ 'ਚ, ਮੈਂ ਸਿੱਧਾ ਕਰਕੇ ਇਹਨੂੰ ਛੱਡੂੰਗਾ ਉੱਥੇ। ਇਸ ਕਿਸਮ ਦੀ ਪੰਜਾਬ ਦੇ ਵਿੱਚ ਇੱਕ ਗੱਲ ਸੁਣ ਲਓ, ਬਹੁਤ ਸਾਡਾ ਨੁਕਸਾਨ ਹੋਇਆ। 14 ਸਾਲ ਅਸੀਂ ਇੱਥੇ ਭੁਗਤੇ ਹਾਂ, ਪਤਾ ਨਹੀਂ ਕਿੰਨੇ ਲੋਕ ਮਰੇ ਨੇ, ਕਿੰਨਾ ਇੱਥੇ ਨੁਕਸਾਨ ਆਰਥਿਕ ਤੌਰ 'ਤੇ ਹੋਇਆ, ਕਿੰਨੇ ਪੁਲਿਸ ਵਾਲੇ ਮਰੇ ਨੇ, ਕਿੰਨੇ ਆਮ ਜਨਤਾ ਮਰੀ ਹੈ। ਥੋੜ੍ਹਾ ਖਿਆਲ ਮੈਂ ਹੁਣ ਦੇਊਂਗਾ ਇਹਨੂੰ ਪਤਵੰਤ ਇਹਨਾਂ ਨੂੰ ਇਹ ਜਿਹੇ ਬੰਦਿਆਂ ਨੂੰ ਉਰੇ ਵੜ ਕੇ ਕੁਛ ਕਰਨ ਦਾ ਬਿਲਕੁਲ ਨਹੀਂ ਆਉਣਾ। ਕੋਈ ਇੱਥੇ ਗੜਬੜ ਕਰਨ ਦੀ ਕੋਸ਼ਿਸ਼ ਕਰੇ, ਚਾਹੇ ਪਾਕਿਸਤਾਨ ਕਰੇ, ਚਾਹੇ ਇਹ ਕਰਨ, ਚਾਹੇ ਇਹ ਲੋਕ ਹੁਣ ਆਪਣੇ ਆਪ ਕੋਸ਼ਿਸ਼ ਗੁੰਡਾਗਰਦੀ ਜੋ ਇੱਥੇ ਕਰਦੇ ਨੇ, ਸਾਰਿਆਂ ਨੂੰ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਅੰਦਰ ਸਿੱਧਾ ਕਰਾਂਗੇ। ਇਹ ਸਮਝ ਲੈਣ, ਇਹਨਾਂ ਦੇ ਟੈਰਰਿਸਟ ਮੋਡਿਊਲਸ ਮੈਂ ਬਹੁਤ ਤੋੜ ਚੁੱਕੇ ਉਰੇ। 32 ਦੇ ਕਰੀਬ ਅਸੀਂ ਟੈਰਰਿਸਟ ਮੋਡਿਊਲ ਚੱਕੇ ਨੇ, ਕੋਈ 200 ਦੇ ਕਰੀਬ ਤਾਂ ਇਹਨਾਂ ਦੇ ਹਥਿਆਰ ਫੜੇ ਨੇ ਅਸੀਂ, ਔਰ ਸਾਰਿਆਂ ਨੂੰ ਫੜ ਕੇ ਅਸੀਂ ਸਿੱਧਾ ਕਰ ਰਹੇ ਹਾਂ। ਅਸੀਂ ਇਹੋ ਜਿਹੀ ਕੋਈ ਗੱਲ ਨਹੀਂ। ਇਹ ਨਾ ਸਮਝਣ ਇੱਥੇ ਕਿ ਪੰਜਾਬ ਇੱਥੇ ਆ ਕੇ ਤੁਸੀਂ ਜੋ ਜੀ ਕਰਦਾ ਤੁਸੀਂ ਕਰੀ ਚੱਲੋ। ਅਸੀਂ ਸਾਰੀ ਸਾਡੀ ਸਿਕਿਉਰਿਟੀ ਸਰਵਿਸਿਜ਼ ਤਿਆਰ ਬੈਠੀਆਂ ਨੇ, ਬਾਰਡਰ 'ਤੇ ਬੈਠੀ ਹੈ BSF, ਉਹਦੇ ਮਗਰ ਅਸੀਂ ਬੈਠੇ ਹਾਂ, ਸਾਡੇ ਮਗਰ ਬੈਠੀ ਹੈ ਫੌਜ। ਹੁਣ ਗੜਬੜ ਕਰਾ ਕੇ ਦਿਖਾਉਣ ਮੈਨੂੰ, ਬਿਲਕੁਲ ਸਿੱਧਾ ਕਰਾਂਗੇ ਇਹਨਾਂ ਨੂੰ। ਤੁਸੀਂ ਫਿਰ ਮੈਨੂੰ ਇਹ ਕਿਹਾ ਕਿ ਕਈ ਸਬਜ਼ੀਆਂ ਮੰਡੀਆਂ ਦੇ ਵਿੱਚ ਕੁਆਰੰਟੀਨ ਵਗੈਰਾ ਦਾ ਕੀ ਉੱਥੇ ਟ੍ਰੈਫਿਕ ਕੰਟਰੋਲ ਨਹੀਂ ਹੈ। ਉਹ ਮੈਂ ਪੁਲਿਸ ਵਾਲਿਆਂ ਨੂੰ ਦੱਸ ਰਿਹਾ ਕਿ ਸਬਜ਼ੀ ਮੰਡੀਆਂ ਦੇ ਵਿੱਚ ਜਿੱਥੇ ਜ਼ੋਰ ਹੁੰਦਾ ਸਵੇਰ ਦੇ ਵੇਲੇ, ਉਹ ਧਿਆਨ ਰੱਖਣ ਤਾਂ ਕਿ ਉੱਥੇ ਸੋਸ਼ਲ ਡਿਸਟੈਂਸਿੰਗ ਦਾ ਪ੍ਰਬੰਧ ਹੋ ਸਕੇ। ਸਪੂਰੀਅਸ ਲਿਕਰ ਐਲਕੋਹਲ ਪੰਜਾਬ ਦੇ ਵਿੱਚ ਮੈਨੂਫੈਕਚਰਿੰਗ ਦਾ ਇਹ ਹੁੰਦਾ ਹਰ ਵੇਲੇ। ਜਦ ਕਦੇ ਬੈਨ ਲੱਗ ਜਾਂਦਾ ਨਾ, ਚਾਹੇ ਅਮਰੀਕਾ ਦਾ ਇਤਿਹਾਸ ਦੇਖ ਲਓ, ਇਹ ਕਿਤੇ ਦਾ ਵੀ ਦੇਖ ਲਓ, ਉਦੋਂ ਲੋਕ ਇਹ ਗੜਬੜ ਕਰਨ ਦੀ ਕੋਸ਼ਿਸ਼ ਕਰਦੇ ਨੇ। ਹੁਣ ਜਦ ਸਾਡਾ ਬੈਨ ਲੱਗ ਗਿਆ ਸੀ ਕਿ ਲਿਕਰ ਦੀ ਸੇਲ ਨਹੀਂ ਹੋਣੀ, ਲਿਕਰ ਫੈਕਟਰੀਆਂ ਨਹੀਂ ਚੱਲ ਸਕਦੀਆਂ, ਆਹ ਹੈ ਤੁਹਾਡਾ ਆਂਕੜੇ, ਦੇਖ ਲਓ ਪੰਜਾਬ ਕੀ ਹੋ ਰਿਹਾ ਸੀ ਕਿ ਅਸੀਂ ਇਲਿਸਿਟ ਲਿਕਰ 17/5 ਤੋਂ ਲੈ ਕੇ 25/5 ਤੱਕ ਅਸੀਂ FIR 1729 ਕੀਤੀਆਂ ਨੇ। ਜਿਹੜੇ ਬੰਦੇ ਪਕੜੇ ਗਏ ਨੇ, ਅਰੈਸਟ ਹੋਏ ਨੇ ਔਰ ਅੰਦਰ ਜੇਲ੍ਹ 'ਚ ਨੇ 1360। ਔਰ ਜਿੰਨੀ ਇਲਿਸਿਟ ਲਿਕਰ ਹੈ, ਜੋ ਦੇਸੀ ਲਿਕਰ ਬਣਾਉਂਦੇ ਨੇ, 16,583 ਲੀਟਰ ਇਹ ਅਸੀਂ ਪਕੜਿਆ। ਜਿਹੜੇ ਆਮ ਵਿਸਕੀਆਂ ਬਣਦੀਆਂ ਨੇ, ਪਤਾ ਨਹੀਂ ਅਸਲੀ ਹੈ ਜਾਂ ਇਹ ਭਰ ਕੇ ਅੰਦਰ ਭਰ ਦਿੰਦੇ ਨੇ, ਉਹ 62,477 ਲੀਟਰ ਅਸੀਂ ਇਹ ਫੜੀ ਹੈ। ਔਰ ਲਾਹਣ ਕਿਲੋਆਂ ਦੇ ਵਿੱਚ 4,71,371 ਆ ਤਾਂ ਤੁਸੀਂ ਇੱਥੇ ਕਰਦੇ ਹੋ। ਔਰ ਜਿਹੜੇ ਉਹ ਪੁਲਿਸ ਨੇ ਇਹ ਦੇਖਿਆ ਜਿੱਥੇ ਭੱਠਿਆਂ ਦੇ ਵਿੱਚ ਆਪਣੇ ਬਣਾਈ ਜਾਂਦੇ ਨੇ ਸ਼ਰਾਬ, ਉਹ 97 ਭੱਠੇ ਜੇ ਇਹਨਾਂ ਨੇ ਫੜ ਕੇ ਉੱਥੇ ਨਿਪਟ ਕੇ। ਇਸ ਕਿਸਮ ਦਾ ਤਾਂ ਥੋੜ੍ਹਾ ਕੰਮ ਹੋ ਰਿਹਾ ਹੈ। ਜਦੋਂ ਇਹ ਹੁੰਦਾ ਉਦੋਂ, ਜਦੋਂ ਕੋਈ ਇਹ ਗੱਲ ਹੋਏ, ਹੁਣ ਇਹ ਬਿਲਕੁਲ ਸਖਤੀ ਨਾਲ ਅਸੀਂ ਲੱਗੇ ਹੋਏ ਹਾਂ। ਔਰ ਮੈਂ ਤੁਹਾਨੂੰ ਪੂਰਾ ਭਰੋਸਾ ਦਿੰਦਾ ਕਿ ਇੱਥੇ ਕੋਈ ਇਹੋ ਜਿਹੀ ਗੱਲ ਨਹੀਂ ਹੋਣੀ। ਇਹ ਗੱਲ ਜ਼ਰੂਰ ਹੈ ਕਿ ਬਾਹਰਲੇ ਸੂਬਿਆਂ ਤੋਂ ਇੱਥੇ ਆਉਣ ਦੀ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਪੰਜਾਬ ਦੀ ਸ਼ਰਾਬ ਮਹਿੰਗੀ ਹੈ ਕੁਛ, ਤਾਂ ਹਿਮਾਚਲ ਤੋਂ, ਚੰਡੀਗੜ੍ਹ ਤੋਂ, ਹਰਿਆਣਾ ਤੋਂ, ਰਾਜਸਥਾਨ ਤੋਂ ਕਦੇ ਉੱਧਰੋਂ ਆ ਜਾਂਦੀ ਹੈ। ਅਸੀਂ ਹੁਣ ਉੱਥੇ ਬਹੁਤ ਸਖਤੀ ਕਰ ਰਹੇ ਹਾਂ। ਕੋਈ ਇਹੋ ਜਿਹਾ ਸਮਗਲ ਕਰਨ ਦੀ ਕੋਸ਼ਿਸ਼ ਕਰੂ, ਉਹ ਫਿਰ ਅਸੀਂ ਬੜੀ ਸਖਤੀ ਨਾਲ ਉਹਨਾਂ ਦੇ ਨਾਲ ਵਰਤਾਓ ਕਰਾਂਗੇ। ਸਦਰ ਜੀ ਨੇ ਕਲਕੱਤੇ ਤੋਂ ਕਿ ਵਾਟ ਵਿਲ ਯੂ ਸੇ ਅਬਾਊਟ ਸਟੈਂਡ ਆਫ ਬਿਟਵੀਨ ਇੰਡੀਆ ਐਂਡ ਚਾਈਨਾ, ਜੋ ਚੀਨ ਔਰ ਹਿੰਦੁਸਤਾਨ ਦੇ ਨਾਲ ਇਹ ਉੱਪਰਲੇ ਪਾਸੇ ਉਹਨਾਂ ਨੂੰ ਉੱਧਰ ਫਿਕਰ ਹੈ, ਕਿਉਂਕਿ ਉੱਧਰ ਅਰੁਣਾਚਲ ਦੇ ਵਿੱਚ ਇਹ ਕੁਛ ਹੋ ਰਿਹਾ, ਔਰ ਸਾਨੂੰ ਇੱਧਰ ਫਿਕਰ ਹੈ ਕਿਉਂਕਿ ਇੱਧਰ ਸਾਡੇ ਕਸ਼ਮੀਰ ਦੇ ਕੋਲ ਅਕਸਾਈ ਚੀਨ ਵਗੈਰਾ ਵਿੱਚ ਹੋ ਰਿਹਾ। ਇੱਕ ਗੱਲ ਇਹ ਦੇਖ ਲਓ, ਅੱਜ ਅਸੀਂ ਕਿਸੇ ਦੇਸ਼ ਦੇ ਨਾਲ ਕੋਈ ਲੜਾਈ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਆਪਣੇ ਹਾਲਾਤ ਸੁਧਰਨ ਔਰ ਆਪਾਂ ਆਪਣੇ ਕੰਮ ਕਰੀਏ, ਉਹ ਆਪਣਾ ਕੰਮ ਕਰਨ। ਲੇਕਿਨ ਅਗਰ ਇਹ ਇਹੋ ਜਿਹੀ ਗੱਲਾਂ ਕਰਦੇ ਨੇ ਜਿੱਥੇ ਅਸੀਂ ਬਣਾ ਰਹੇ ਹਾਂ ਆਪਣੀ ਪੌਂਗੋਂਗ ਸੋ ਦੇ ਕੋਲ, ਚੁਸ਼ੂਲ ਦੇ ਕੋਲ ਅਸੀਂ ਬਣਾਉਂਦੇ ਹਾਂ ਆਪਣੀ ਇੱਕ ਸੜਕ, ਉਹਨਾਂ ਨੂੰ ਕੀ ਤਕਲੀਫ ਹੈ ਇਸ ਕੰਮ 'ਚ? ਜਦੋਂ ਉਹਨਾਂ ਨੇ ਸਾਡੇ ਏਰੀਆ 'ਚ ਅਕਸਾਈ ਚਿੰਨ ਦੇ ਵਿੱਚ ਇਹ ਸਭ ਕੁਝ ਸਾਂਭੀ ਬੈਠੇ ਨੇ ਔਰ ਸੜਕਾਂ ਬਣਾ ਰਹੇ ਨੇ, ਸਾਡੀ ਏਰੀਆ 'ਚ ਉਹ ਬਣਾ ਰਹੇ ਨੇ। ਉਹ ਅਸੀਂ ਉਹਨਾਂ ਨੂੰ ਕਹਿੰਦੇ ਰਹਿੰਦੇ ਹਾਂ, ਉਹ ਕੁਝ ਸੁਣਦੇ ਨਹੀਂ।
लेकिन असी एक सड़क बनाने उन्होंने तकलीफ हो रही है कोई किस्म की। तो आपां जैसे अगर डिप्लोमैटिक तरीके नाल इहदा कोई समझौता हो सकता है तो बड़ी अच्छी गल है, हो जाए। असी नहीं चाहते कि झगड़ा होए, लेकिन आपां पिठ भी नहीं दिखानी। और ये चीनियां नूं पता होना चाहिए कि एक बार हो गया सो हो गया। 1962 हिंदुस्तान की फौज हुण बिल्कुल तैयार बैठी है, तो ये साडे नाल पंगा ना लो। लेकिन जैसे मैंने कहा असी जंग नहीं चाहते, लेकिन अगर अगर अं करते रहे फिर साढ़े कोल कोई होर चारा नहीं रहना। इस करके तुसी भी सुधरो और तुसी सुधर के साढ़े नाल गलबात करो और इसका हल कढ़िए आपां कुछ। ये हुण बड़ी गल तुसी पूछी है मैनू गगनदीप जी हुशियारपुर नाल कि अकाली दल कहना कि असी बिजली पानी ते मोटरां ते बिल लावांगे। ये अकाली दल की आदत ही है झूठ बोलने की। जब तो पिछली सरकार सी मेरे उदों भी इन्होंने करती कि जी कांग्रेस ने तो बिल ला देने ने। हुण 3 साल सानू हो गए, हुण रोज़ ही कही जाते हैं बिल आउणगे जी बिल आउणगे जी। असीं क्यों बिल लाए? असीं कमले हैं कोई कि बिल ला दिए अपने किसानों के उपर, जदों सानू पता है कि हालात की इत्थे बने हुए हैं। ये बिल्कुल कोई बिल नहीं साडा पंजाब के उपर किसी किसान के उपर लगना, कोई ट्यूबवैल के उपर नहीं लगना। इन्हों आदत है बोलन की, तुसीं इन्हां दी आदत विच ना पाओ। इन्हां सुनते रहो और उन्होंने कह दो कि तुम झूठ बोल रहे हो। मैं बैठा उरे देखांगे कौन बिल इत्थे लाउंदा। और ये गल्लां बिल्कुल सानू नहीं पता कि साडी किसानी किस गरीबी दे विच बैठी है। साडे तकरीबन 70% दे कोल साढ़े 5 किले तो घट दे मालिक ने, मसा अपनी रोटी खांदे ने, बच्चों नूं रोटी खवाउंदे ने। उन्हां ते हुण कैसे असीं बिल ला दईए? तो इन्हां गल्लां ते तुसीं ना हो। ये जरूर है कि असीं ਜਿਹੜੀ ਇਹ ਗਵਰਨਮੈਂਟ ਆਫ ਇੰਡੀਆ ਨੇ ਇੱਕ ਕੰਡੀਸ਼ਨ ਲਾਇਆ ਜਿਹੜਾ ਲੋਨ ਦੇਣ ਦਾ ਕਿ ਇਹ ਜਿਹੇ ਕੁਝ ਬਿੱਲ ਕਰਨੇ ਚਾਹੀਦੇ ਨੇ, ਤਾਂ ਪਰ ਉਹ ਸਾਡੀ ਮਰਜ਼ੀ ਅਸੀਂ ਲਾਈਏ ਅਸੀਂ ਨਾ ਲਾਈਏ। ਜਿੱਥੇ ਤਾਈਂ ਸਵਾਲ ਕਰਨ ਦੀ ਗੱਲ ਹੈ ਤੁਸੀਂ ਉਹਨੂੰ ਕਰੋ, ਉਹਨਾਂ ਨੂੰ ਕਰੋ ਕਿ ਤੁਸੀਂ ਆਪਣੇ ਵਜ਼ੀਰ ਬਿਠਾਏ ਹੋਏ ਨੇ ਉੱਥੇ ਦਿੱਲੀ ਦੀ ਸਰਕਾਰ ਵਿੱਚ ਜਿਹੜਾ ਫੈਸਲਾ ਕਰਦੀ ਹੈ ਕਿ ਇੱਥੇ ਬਿੱਲ ਲਾਓ। ਔਰ ਕਿਆ ਕਰ ਰਹੀ ਹੈ ਹਰਸਿਮਰਤ ਕੌਰ? ਕਿਉਂ ਬੈਠੀ ਹੈ ਉੱਥੇ? ਉਹ ਕਿਉਂ ਨਹੀਂ ਬੋਲਦੀ ਕੈਬਨਿਟ ਦੇ ਵਿੱਚ? ਉਹ ਕਿਉਂ ਨਹੀਂ ਕਹਿੰਦੀ ਕਿ ਅਸੀਂ ਬਿੱਲ ਨਹੀਂ ਅਸੀਂ ਲਗਵਾਉਣ ਦੇਵਾਂਗੇ? ਉਹ ਤਾਂ ਕਹਿਣਾ ਨਹੀਂ। ਜਿਹੜੀ ਅਸੀਂ ਨਹੀਂ ਕਰਨ ਲੱਗੇ ਉਹ ਕਹਿਣਾ ਜੀ ਕਾਂਗਰਸ ਪਾਰਟੀ ਲਾਊਗੀ ਜੀ ਬਿੱਲ। ਤੋ ਇਹ ਜਿਹੜੀਆਂ ਗੱਲਾਂ ਸੈਂਟਰ ਦੀਆਂ ਇਹ ਜਿਹੀ ਚੀਜ਼ਾਂ ਨੇ, ਇਹ ਲੋਕਾਂ ਨੂੰ ਤੁਸੀਂ ਸਦਾ ਵਾਸਤੇ ਗੁੰਮਰਾਹ ਨਹੀਂ ਕਰ ਸਕਦੇ। ਇੱਕ ਵਾਰ ਕਰ ਲਓ, 2 ਵਾਰ ਕਰ ਲਓ, ਸਦਾ ਹੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਨੇ। ਸੋ ਇਹ ਗੱਲਾਂ ਤੁਸੀਂ ਛੱਡੋ, ਕੋਈ ਬਿੱਲ ਨਹੀਂ ਲੱਗੇਗਾ। ਔਰ ਇੱਥੇ ਅਸੀਂ बिल्कुल अपना जैसे पहला चल रहा है ऐं चलूगा काम। अगर उन्होंने सानू एक कंडीशन लाई है तो जिहड़ी कंडीशन लगनी है, जिन्ना हिस्से का कंडीशन लगना है, असीं नहीं मन्नांगे उसनूं। वो उन्हां दी मर्जी है, फिर उस तो बाद सानू इजाजत देन या ना देन। टिड्डियां दा जिहड़ा काम है मसला तुसीं मैनूं पुछिआ है, विक्रम सिद्धू, रजौड़ा गौरव ते विभूति भूषण ने कि ये टिड्डियां के उपर तुसीं की कर रहे हो। देखो ये टिड्डियां का बहुत बड़ा है। बलूचिस्तान के इन्होंने जन्म लेता और उधरों इधर नूं आ गए। ये आ गए से संगरिया तक, संगरिया तो कल वो नीचे नूं चले गए और मध्य प्रदेश की तरफ। पर असी तैयारी रखी है 7 ਜ਼ਿਲ੍ਹਿਆਂ जो बिल्कुल नीचे राजस्थान हरियाणे के नाल लगते हैं, सारिਆਂ ਦੇ ਵਿੱਚ ਸਾਡੇ ਕੋਲ ਤਿਆਰੀ है। दवाइयाँ छिड़काउण वालियां मशीनां सब कुछ तैयार पे। अगर बाई चांस आ जाण असी काबू करांगे, लेकिन इस वेले वाहिगुरू की कृपा नाल अपने वल नहीं आ रहे, उधर नूं जा रहे हैं। तो उन्हां दे जिहड़े सूबे ने वो अपना प्रबंध उत्थे कर रहे हैं। इसका ये फिर गोबिंद जी ने कपूरथले तो बिल के बारे पूछे, बिजली के बिलों का, वो मैं तुहानूं दस चुकिया, दोबारा दस्सण की लोड़ नहीं उसकी कि साडा कोई बिल नहीं लगेगा इत्थे एग्रीकल्चर पंपां ते। तुसीं इत्थों जवाहरपुर ਇੱਥੇ ਸਾਡੇ ਗੁਆਂਢੀ ਹੋ ਤੁਸੀਂ, ਪਿੰਡ ਗੁਆਰਪੁਰ ਆਪਣੇ ਮੋਹਾਲੀ ਦੇ ਵਿੱਚ ਹੀ ਡੇਰਾ ਬੱਸੀ ਦੇ ਏਰੀਆ 'ਚ। ਔਰ ਤੁਸੀਂ ਮੈਨੂੰ ਕਿਹਾ ਕਿ ਸਾਡੇ 50 ਕੇਸ ਸਾਡੇ ਹੋ ਚੁੱਕੇ ਨੇ, ਬਟ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਨੇ। ਇਹ ਵੀ ਤੁਸੀਂ ਕਿਹਾ ਕਿ आप लोगों को बोलो कि कोरोना से डरे मत, सरकार की जो हदायतें हैं उस पर पालन करो। वो कहते ने कि डरो नहीं, मैनू हो चुकिया, मैं ठीक हो गया, पर करो तुसीं ਉਹੀ ਗੱਲਾਂ जो सरकार ਕਹਿੰਦੀਆਂ ਨੇ, सोशल डिस्टेंसिंग, हथ धोना जो डॉक्टर वगैरह कहते हैं। एक कुलविंदर सैनी है डेरा बसी तो, एक होर आई है उन्होंने इत्थों ही जसप्रीत भारद्वाज जी। मैं एक कैमिस्ट्री का लैक्चरर है, कैमिस्ट्री में पढ़ाना है। मैं
ਆਨਲਾਈਨ ਕਲਾਸਿਸ ਲੈਂਦਾ ਮੈਂ ਬੜਾ ਖੁਸ਼ ਹਾਂ ਜਿਹੜੇ ਤੁਸੀਂ ਕਦਮ ਉਠਾਏ ਨੇ ਅਤੇ ਅਸੀਂ ਸਾਰੇ ਬਿਲਕੁਲ ਠੀਕ ਹੈ ਸਾਡੇ ਜਿਹੜੇ ਜਿਨ੍ਹਾਂ ਨੂੰ ਹੋ ਗਿਆ